DMK manifesto. MK Stalin promises more autonomy for states if India bloc is voted to power. ਸਾਡੀ ਸਰਕਾਰ ਬਣੀ ਇੰਡੀਆ ਬਲਾਕ ਦੀ, then we will have an amendment to the Constitution of India to accommodate relevant recommendations of expert committee on center-state relations in order to grant more autonomy to states. ਬਾਦਲ ਅਕਾਲੀ ਦਲ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਜਾਂ 100 ਸਾਲ ਦੀ ਲੈਗੇਸੀ ਨੂੰ ਕਲੇਮ ਕਰਦੇ ਨੇ, ਕੁਛ ਤਾਂ ਸ਼ਰਮ ਕਰੋ ਕਿ ਤੁਸੀਂ ਵਿਦਿਨ ਸਿਸਟਮ ਦਾ ਹੀ ਘੱਟੋ ਘੱਟ ਕੋਈ ਘੋਲ ਤਾਂ ਜਾਰੀ ਰੱਖੋ। ਇੰਨਾ ਕੁ ਤਾਂ ਇਸ ਸਟਾਲਿਨ ਨੇ ਕਰੇਜ ਦਿਖਾਇਆ ਕਿ ਉਹਨੇ ਕਿਹਾ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਕਾਨਸਟੀਟਿਊਸ਼ਨ ਨੂੰ ਜਿਹੜਾ ਅਮੈਂਡ ਕਰਾਂਗੇ। ਕਿੱਥੇ ਅਕਾਲੀ ਦਲ ਬਾਦਲਾਂ ਦਾ ਖੜਾ ਜਾ ਕੇ ਕਿ ਜਿਹੜੇ ਢੀਕ ਰਹੇ ਨੇ ਵੀ ਅਮਿਤ ਸ਼ਾਹ ਦੀ ਕਦੋਂ ਕਾਲ ਆਏ ਕਿ ਜੀ ਆਹ ਸੀਟਾਂ ਤੁਹਾਨੂੰ ਛੱਡੀਆਂ ਤੇ ਆਹ ਸਾਡੀਆਂ ਨੇ ਤੇ ਅਸੀਂ ਰਲ ਕੇ ਚੋਣ ਲੜੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਤਾਮਿਲਨਾਡੂ ਦੀ DMK ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਹਾ ਹੈ ਕਿ ਜੇ ਇੰਡੀਆ ਬਲਾਕ ਪਾਵਰ ਵਿੱਚ ਆਇਆ ਤਾਂ ਸੂਬਿਆਂ ਨੂੰ ਹੋਰ ਖੁਦਮੁਖਤਿਆਰੀ ਦਿੱਤੀ ਜਾਏਗੀ। ਬਾਦਲ ਅਕਾਲੀ ਦਲ ਜਿਸ ਦਾ ਅਨੰਦਪੁਰ ਸਾਹਿਬ ਦਾ ਮਤਾ ਖੁਦਮੁਖਤਿਆਰ ਫੈਡਰਲ ਢਾਂਚੇ ਦੀ ਮੰਗ ਕਰਦਾ ਹੈ ਅਤੇ ਜਿਸ ਤੇ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਲਾਇਆ ਸੀ, ਉਹਨਾਂ ਨੂੰ ਕੀ ਸੱਪ ਸੁੰਘਿਆ ਹੈ ਕਿ ਉਹ ਇਸ ਬਾਰੇ ਮੂੰਹ ਵੀ ਨਹੀਂ ਖੋਲਦੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਔਰ ਗੁਰਬਾਣੀ ਵਿਚਾਰਾਂ ਨੇ ਉਹ ਤੋਂ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਇਲੈਕਸ਼ਨ ਦਾ ਮਾਹੌਲ ਜਿਹੜਾ ਹੈ ਉਹ ਕਿਉਂਕਿ ਡੇਟਾਂ ਡਿਕਲੇਅਰ ਹੋ ਗਈਆਂ ਨੇ, ਕੈਂਡੀਡੇਟ ਡਿਕਲੇਅਰ ਹੋ ਰਹੇ ਨੇ ਔਰ ਸਿਆਸੀ ਪਾਰਟੀਆਂ ਆਪੋ ਆਪਣੇ ਮੈਨੀਫੈਸਟੋ ਤੁਹਾਡੇ ਚੋਣ ਇਕਰਾਰ ਹੁੰਦੇ ਨੇ ਕਿ ਵੀ ਜੇ ਤੁਸੀਂ ਹਕੂਮਤ 'ਚ ਆਏ ਤੇ ਤੁਸੀਂ ਕੀ ਕਰੋਗੇ। ਹੁਣ ਇੱਕ ਪਾਸੇ ਤਾਂ BJP ਜਿਹਨੇ ਆਪਣੀ ਹਾਰ ਜਿਨ੍ਹਾਂ ਨੂੰ ਨਜ਼ਰ ਆ ਰਹੀ ਸੀ -ATM, ਜੇ ATM ਯੂਜ਼ ਨਹੀਂ ਹੁੰਦਾ ਤੇ ਉਹ ਹਾਰਦੇ ਨੇ। ATM ਨੂੰ ਉਹਨਾਂ ਨੇ ਕਿਉਂਕਿ ਪ੍ਰੋਗਰਾਮਿੰਗ ਉਹਨਾਂ ਦੀ ਕੀਤੀ ਹੋਈ ਆਪਣੇ ਫਾਇਦੇ 'ਚੋਂ ਯੂਜ਼ ਨਹੀਂ ਕਰਦੇ ਤੇ ਉਹਨਾਂ ਨੇ ਰੀਜਨਲ ਪਾਰਟੀਆਂ ਦੇ ਨਾਲ ਉਹ ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਹੋਏ ਔਰ ਬਾਕੀ ਥਾਵਾਂ ਤੇ ਉਹ ਬੀਜੂ ਪਟਨਾਇਕ ਜਾਂ ਤਮਿਲਨਾਡੂ ਦੇ ਵਿੱਚ ਵੀ ਇੱਕ ਛੋਟੀ ਜਿਹੀ ਪਾਰਟੀ ਲੱਭੀ ਹੈ ਔਰ ਸ਼ਿਵ ਸੈਨਾ ਵਾਲਿਆਂ ਨਾਲ ਮਹਾਰਾਸ਼ਟਰ 'ਚ ਔਰ ਚੰਦਰ ਬਾਬੂ ਨਾਇਡੂ ਨਾਲ ਆਂਧਰਾ 'ਚ। ਅਕਾਲੀ ਤਾਂ ਜੇ ਡੀਕਦੇ ਨੇ ਕਿ ਵੀ ਕਦੋਂ ਕਾਲ ਆਉਂਦੀ ਹੈ ਉਹਨਾਂ ਦੀ। ਹੁਣ ਇਸ ਸਾਰੇ ਦੇ ਚੱਲਦਿਆਂ DMK ਪਾਰਟੀ ਜਿਹੜੀ ਜ਼ਾਹਰ ਹੈ ਕਿ ਕਰੁਣਾਨਿਧੀ ਜਿਹੜਾ ਤਮਿਲਨਾਡੂ ਦੇ ਵਿੱਚ ਲੰਬਾ ਵਕਤ ਚੀਫ ਮਿਨਿਸਟਰ ਰਿਹਾ, ਹੁਣ ਤਾਂ ਉਹਦੀ ਡੈਥ ਹੋ ਗਈ, ਉਹਦਾ ਲੜਕਾ ਜਿਹੜਾ MK ਸਟਾਲਿਨ ਉਹ ਚੀਫ ਮਿਨਿਸਟਰ ਹੈ ਤਮਿਲਨਾਡੂ ਦਾ। ਔਰ DMK ਪਾਰਟੀ ਔਰ ਮੋਦੀ ਵੀ ਅੱਜ ਕੱਲ੍ਹ ਤਮਿਲਨਾਡੂ ਦੇ ਹੀ ਉਹਨੇ ਗੇੜੇ ਪਿਛਲੇ 2 ਦਿਨਾਂ 'ਚ ਦਿੱਤੇ ਨੇ। ਹਾਲਾਂ ਜਿੱਥੇ ਗਿਆ ਕਾਲੇ ਝੰਡੇ, ਕਾਲੇ ਪਹਿਰਾਵੇ ਔਰ ਮੁਰਦਾਬਾਦ ਗੋ ਬੈਕ। ਘੱਟੋ ਘੱਟ ਦਰਾਵਿੜ ਮੂਲ ਦੇ ਲੋਕ ਜਿਹੜੇ ਨੇ ਉਹ ਇਹਨਾਂ ਦੀ ਹਿੰਦੀ ਬੈਲਟ ਵਾਲਿਆਂ ਦੀ ਜਿਹੜੀ ਹੈ ਇਹ ਸਾਰੀ ਜਿਹੜੀ ਹੈ ਮੋਮੋ ਠੱਗਣੀ ਲਾਈਨ ਇਹਦੇ ਭਰਮ 'ਚ ਨਹੀਂ ਆਉਂਦੇ, ਉਹਨਾਂ ਨੂੰ ਕੋਈ ਭੁਲੇਖਾ ਨਹੀਂ ਹੈ ਵੀ ਇਹ ਕੀ ਨੇ। ਸੋ ਇਹਨਾਂ ਦੇ ਚੱਲਦਿਆਂ DMK ਪਾਰਟੀ ਨੇ ਆਪਣਾ ਅੱਜ ਇਲੈਕਸ਼ਨ ਮੈਨੀਫੈਸਟੋ ਐਲਾਨਿਆ ਔਰ ਇਸ ਦੇ ਵਿੱਚ ਜਿਹੜਾ ਈਵਨ ਤੁਸੀਂ ਮੀਡੀਆ 'ਚ ਉਹਨਾਂ ਦੇ ਕਿਉਂਕਿ ਮੈਡਰਾਸ ਜਿਹੜਾ ਪੁਰਾਣਾ ਨਾਂ ਹੈ ਤਮਿਲਨਾਡੂ ਦਾ, ਉੱਥੋਂ ਹੀ ਇਹ ਚੇਨਈ ਤੋਂ ਦਾ ਹਿੰਦੂ ਅਖਬਾਰ ਹੁੰਦਾ ਔਰ ਇੱਧਰਲੇ ਨਾਰਥ ਇੰਡੀਆ ਬੈਲਟ ਵਾਲੇ ਤਾਂ ਖਬਰਾਂ ਉੱਧਰ ਦੀਆਂ ਕਵਰ ਵੀ ਨਹੀਂ ਕਰਦੇ ਔਰ ਉਹਨਾਂ ਦੀ ਹੈਡਲਾਈਨ ਹੀ ਹੈ DMK ਮੈਨੀਫੈਸਟੋ, MK Stalin promises more autonomy for states if India bloc is voted to power. ਹੁਣ ਉਹਨਾਂ ਨੇ ਆਪਣੇ ਮੈਨੀਫੈਸਟੋ 'ਚ ਕਿਹਾ ਕਿਉਂਕਿ BJP ਦੇ ਰੀਜਨਲ ਪਾਰਟੀ ਨਾਲ ਅਲਾਇੰਸ ਦੇ ਉਲਟ ਜਿਹੜਾ ਇੰਡੀਆ ਬਲਾਕ ਬਣਿਆ ਜਿਸ ਦੇ ਵਿੱਚ ਵੀ ਕੁਛ ਰੀਜਨਲ ਪਾਰਟੀਜ਼ ਨੇ। DMK ਜਿਹੜੀ ਪਾਰਟੀ ਇਸ ਵੇਲੇ ਰੂਲਿੰਗ ਪਾਰਟੀ ਹੈ ਤਮਿਲਨਾਡੂ ਦੀ, ਉਹਦਾ ਅਲਾਇੰਸ ਇੰਡੀਆ ਬਲਾਕ ਨਾਲ ਹੈ ਜਿਹਨੂੰ ਜ਼ਾਹਰ ਹੈ ਰਾਹੁਲ ਗਾਂਧੀ ਲੀਡ ਕਰ ਰਹੇ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਆਪਣੇ ਮੈਨੀਫੈਸਟੋ ਦੇ ਵਿੱਚ ਕਿਹਾ ਕਿ ਜੇ ਅਸੀਂ ਸਾਡੀ ਸਰਕਾਰ ਬਣੀ ਇੰਡੀਆ ਬਲਾਕ ਦੀ, then we will have an amendment to the Constitution of India to accommodate relevant recommendations of expert committee on center-state relations in order to grant more autonomy to states. ਕਿ ਜੇ ਸਾਡੀ ਸਰਕਾਰ ਬਣੀ ਇੰਡੀਆ ਬਲਾਕ ਦੀ, ਅਸੀਂ ਭਾਰਤ ਦੇ ਕਾਨਸਟੀਟਿਊਸ਼ਨ ਦੇ ਵਿੱਚ ਸੋਧਾਂ ਕਰਾਂਗੇ ਤਾਂ ਕਿ ਸਟੇਟਾਂ ਨੂੰ ਹੋਰ ਹੱਕ ਦੇ ਕੇ ਖੁਦ ਮੁਖਤਾਰੀ ਜਿਹੜੀ ਆਟੋਨਮੀ ਦਿੱਤੀ ਜਾਏ। ਹੁਣ ਇਹ ਬਹੁਤ ਵੱਡੀ ਗੱਲ ਹੈ।
ਹੁਣ ਜੇ ਇਹ ਕਹਿਣਾ ਹੋਏ ਕਿ ਵੀ ਇਹ ਜਿਹੜੀ ਮੂਵਮੈਂਟ ਕਿ ਭਾਈ ਸਟੇਟਾਂ ਨੂੰ ਤੁਸੀਂ ਮਿਊਨਿਸਪਲ ਕਮੇਟੀਆਂ ਬਣਾਇਆ ਹੋਇਆ ਹੈ, ਇਹਨਾਂ ਨੂੰ ਹਖਤਿਆਰ ਹੋਣੇ ਚਾਹੀਦੇ ਨੇ, ਇਹ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਜਦੋਂ ਪਹਿਲੀ ਹਕੂਮਤ ਪੰਜਾਬ ਦੇ ਵਿੱਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ 'ਚ ਬਣੀ ਸੀ ਜਨਵਰੀ 1967 ਦੇ ਵਿੱਚ, ਤੇ ਉਹਨਾਂ ਨੇ ਈਵਨ ਉਦੋਂ 9 ਸਟੇਟਾਂ ਦੇ ਵਿੱਚ ਸੰਯੁਕਤ ਵਿਧਾਇਕ ਦਲ ਦੀਆਂ ਹਕੂਮਤਾਂ ਬਣੀਆਂ ਸੀ ਔਰ ਉਦੋਂ ਅਜੇ ਅਨੰਦਪੁਰ ਦਾ ਮਤਾ ਵੀ ਪਾਸ ਨਹੀਂ ਸੀ ਹੋਇਆ। ਸੋ ਅਕਾਲੀ ਦਲ ਦੀ ਮੰਗ ਸੀ ਫੈਡਰਲ ਢਾਂਚੇ ਦੀ ਕਿ ਟਰੂ ਫੈਡਰਲ ਸਟਰਕਚਰ ਹੋਏ ਔਰ ਇੱਕ ਮੀਟਿੰਗ ਚੰਡੀਗੜ੍ਹ 'ਚ ਸੱਦੀ ਗਈ ਸੀ। ਉਦੋਂ ਵੀ ਕਰੁਣਾਨਿਧੀ ਜਿਹੜਾ ਸ਼ਾਇਦ ਪਾਵਰ 'ਚ ਸੀ ਤਮਿਲਨਾਡੂ 'ਚ, ਲੇਕਿਨ ਐਨ 24 ਘੰਟੇ ਪਹਿਲਾਂ ਏਜੰਸੀਆਂ ਨੇ ਜ਼ੋਰ ਪਵਾ ਕੇ ਉਹ ਮੀਟਿੰਗ ਕੈਂਸਲ ਕਰਵਾ ਦਿੱਤੀ ਸੀ ਔਰ ਉਹ ਨਹੀਂ ਸੀ ਹੋ ਸਕੀ। ਲੇਕਿਨ ਜਿਸ ਅਕਾਲੀ ਦਲ ਦੀ ਮੁੱਢਲੀ ਮੰਗ ਰਹੀ ਔਰ ਅਨੰਦਪੁਰ ਸਾਹਿਬ ਦਾ ਮਤਾ ਹੀ ਇਸ ਦੇ ਉੱਤੇ ਸੀ ਕਿ ਜੀ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ, ਖੁਦ ਮੁਖਤਾਰੀ ਹੋਏ, ਔਰ ਈਵਨ ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਇਹ ਕਹਿ ਕੇ ਕਿ ਜੀ ਅਨੰਦਪੁਰ ਦਾ ਮਤਾ ਅਸੀਂ ਸਰਕਾਰੀਆ ਕਮਿਸ਼ਨ ਇੱਕ ਬਣਾਇਆ ਗਿਆ ਸੀ, ਉਹਨੂੰ ਰੈਫਰ ਕੀਤਾ ਜਿਹੜਾ ਰੀਡਿਫਾਈਨ ਕਰੇਗਾ ਕਿ ਸੈਂਟਰ ਸਟੇਟ ਰਿਲੇਸ਼ਨਸ਼ਿਪ ਦੇ ਵਿੱਚ ਕਿਹੜੇ ਸਬਜੈਕਟ ਸਟੇਟਸ ਨੂੰ ਹੋਰ ਦਿੱਤੇ ਜਾਣ। ਉਹਦੀ ਰਿਪੋਰਟ ਵੀ ਆਈ ਔਰ ਉੱਥੇ ਹੀ ਪਈ। ਔਰ ਇੱਧਰ ਸਟਾਲਿਨ ਇਹ ਕਹਿ ਰਿਹਾ ਕਿ ਵੀ ਅਸੀਂ ਕਾਨਸਟੀਟਿਊਸ਼ਨ 'ਚ ਅਮੈਂਡਮੈਂਟ ਕਰਕੇ ਇਸ ਨੂੰ ਕਰਾਂਗੇ। ਜਿਸ ਅਨੰਦਪੁਰ ਦੇ ਮਤੇ ਲਈ ਧਰਮ ਯੁੱਧ ਮੋਰਚਾ ਲੱਗਾ, 2 ਲੱਖ ਗ੍ਰਿਫਤਾਰੀਆਂ ਹੋਈਆਂ, ਜੂਨ 84 ਦਾ ਘੱਲੂਘਾਰਾ ਹੋਇਆ ਔਰ ਅਸੀਂ 40 ਸਾਲ ਬਾਅਦ ਗੱਲ ਕਰ ਰਹੇ ਹਾਂ। ਚਲੋ ਖਾਲਿਸਤਾਨ ਦੀ ਤਾਰੀਖ ਲਹਿਰ ਸਾਡੇ ਲਈ ਤਾਂ ਅਨੰਦਪੁਰ ਦਾ ਮਤਾ ਜਾਂ ਇਹ ਫੈਡਰਲ ਤਾਂ ਇਹਦਾ ਕੋਈ ਮਤਲਬ ਨਹੀਂ ਹੈ। ਅਸੀਂ ਤਾਂ ਸਮਝਦੇ ਹਾਂ ਵੀ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਪਰ ਘੱਟੋ ਘੱਟ ਬਾਦਲ ਅਕਾਲੀ ਦਲ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਜਾਂ 100 ਸਾਲ ਦੀ ਲੈਗੇਸੀ ਨੂੰ ਕਲੇਮ ਕਰਦੇ ਨੇ, ਕੁਛ ਤਾਂ ਸ਼ਰਮ ਕਰੋ ਕਿ ਤੁਸੀਂ ਵਿਦਿਨ ਸਿਸਟਮ ਦਾ ਹੀ ਘੱਟੋ ਘੱਟ ਕੋਈ ਘੋਲਤਾ ਜਾਰੀ ਰੱਖੋ। ਇੰਨਾ ਕੁ ਤਾਂ ਇਸ ਸਟਾਲਿਨ ਨੇ ਕਰੇਜ ਦਿਖਾਇਆ ਕਿ ਉਹਨੇ ਕਿਹਾ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਕਾਨਸਟੀਟਿਊਸ਼ਨ ਨੂੰ ਜਿਹੜਾ ਅਮੈਂਡ ਕਰਾਂਗੇ। ਪਰ ਅੱਜ ਕਿੱਥੇ ਅਕਾਲੀ ਦਲ ਬਾਦਲਾਂ ਦਾ ਖੜਾ ਜਾ ਕੇ ਕਿ ਜਿਹੜੇ ਢੀਕ ਰਹੇ ਨੇ ਵੀ ਅਮਿਤ ਸ਼ਾਹ ਦੀ ਕਦੋਂ ਕਾਲ ਆਏ ਕਿ ਜੀ ਆਹ ਸੀਟਾਂ ਤੁਹਾਨੂੰ ਛੱਡੀਆਂ ਤੇ ਆਹ ਸਾਡੀਆਂ ਨੇ ਤੇ ਅਸੀਂ ਰਲ ਕੇ ਚੋਣ ਲੜੀ। ਅੱਜ ਹੀ ਚੰਦੂ ਮਾਜਰੇ ਨੇ ਕਿਹਾ ਇੱਕ ਤੇ ਇੱਕ ਇਕੱਲਾ ਹੁੰਦਾ, ਇੱਕ ਰਲ ਜਾਣ 11 ਹੁੰਦੇ ਨੇ, ਜੇ ਅਸੀਂ ਦੋਵੇਂ ਰਲ ਜਾਈਏ ਰਲ ਕੇ ਕਰੀਏ ਫਲਾਣਾ, ਮਤਲਬ ਤਰਲੇ ਕਰਨ ਵਾਲੀ ਸਿਚੁਏਸ਼ਨ ਬਣੀ ਹੋਈ ਹੈ। ਸੋ ਇਹ ਅਸੀਂ ਇਹਨਾਂ ਤੋਂ ਹੁਣ ਜੇ ਅਕਾਲੀਆਂ ਤੋਂ ਇਹ ਭਾਲੀਏ ਸੁਖਬੀਰ ਬਾਦਲ ਐਂਡ ਕੰਪਨੀ ਤੋਂ ਕਿ ਭਾਈ ਇਹ ਜਿਹੜੇ ਨੇ ਇਹ ਕੋਈ ਅੰਦੋਲਨ ਸ਼ੁਰੂ ਕਰਨਗੇ ਜਾਂ ਮੰਗ ਕਰਨਗੇ ਵੱਧ ਅਧਿਕਾਰਾਂ ਦੀ, ਇਹ ਤਾਂ ਜਿਹੜਾ ਉਹ ਨਾਮੁਮਕਿਨ ਵਾਲੀ ਗੱਲ ਹੀ ਹੋਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਅਰ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅੱਜ ਵੀ ਸਾਡੇ ਕੋਲ ਜਿਹੜੇ ਮੋਸਟਲੀ ਜਿਹੜੇ ਮੈਸੇਜ ਨੇ ਉਹ ਖਾਲਸਾ ਜ਼ਿੰਦਾਬਾਦ ਤੇ ਜਿਹੜੇ ਫਤਿਹ ਦੇ ਮੈਸੇਜ ਨੇ। ਔਰ ਹਰਵਿੰਦਰ ਸਿੰਘ ਜੀ ਔਰ ਇਸੇ ਤਰ੍ਹਾਂ ਸਿੰਘ ਨਵਜੋਤ, ਫਿਰ ਇਸੇ ਤਰ੍ਹਾਂ ਹਾਂਜੀ ਸਤਨਾਮ ਢਿੱਲੋਂ ਜੀ ਕਹਿੰਦੇ ਜੋ ਅੱਜ ਹੋ ਰਿਹਾ ਇਹ ਦੇਖ ਕੇ ਲੱਗਦਾ ਕਿ ਰੱਬ ਇੱਕ ਸੁਪਨੇ ਵਾਂਗ ਹੈ, ਹਕੀਕਤ ਵਿੱਚ ਨਹੀਂ। ਸੁਖਦੇਵ ਸਿੰਘ ਜੀ, ਪ੍ਰਭ ਕੌਰ ਜੀ, ਫਿਰ ਇਸ ਤਰ੍ਹਾਂ ਅਵਤਾਰ ਸਿੰਘ ਜੀ, ਫਿਰ ਇਸੇ ਤਰ੍ਹਾਂ ਜਵਿੰਦਰ ਸਿੰਘ ਸੋਦਾ ਜੀ, ਫਿਰ ਇਸੇ ਤਰ੍ਹਾਂ ਐਸ ਕੌਰ ਜੀ, ਫਿਰ ਕਹਿੰਦੇ ਨੇ ਆਤੇ ਅੰਤ ਦਾ ਅੰਤ ਹੋਣ ਵਾਲਾ ਹੈ। ਸੋ ਖੁਸ਼ਕੇ ਕਹਿੰਦੇ ਨੇ ਕਿ ਇਹਨਾਂ ਨੂੰ ਪੂਰੀ ਦੁਨੀਆ ਵਿੱਚ ਸਿਰਫ ਸਿੱਧੂ ਮੂਸੇਵਾਲੇ ਦੇ ਪੇਰੈਂਟਸ ਹੀ ਮਿਲੇ ਨੇ। ਸ਼ੇਮ ਔਨ ਇੰਡੀਅਨ ਗਵਰਨਮੈਂਟ ਐਂਡ ਪੰਜਾਬ ਗਵਰਨਮੈਂਟ। ਸਿੱਖ ਕੌਮ ਨੂੰ ਜ਼ਲੀਲ ਕਰ ਰਹੇ ਨੇ, ਸਿੱਖ ਕੌਮ ਨੂੰ ਦੱਸ ਰਹੇ ਨੇ ਵੀ ਤੁਹਾਡੀ ਔਕਾਤ। ਹਾਂਜੀ ਕੁਲਦੀਪ ਕੌਰ ਜੀ, ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ, ਫਿਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ, ਬਚਿੱਤਰ ਵਿਰਕ ਜੀ, ਫਿਰ ਇਸੇ ਤਰ੍ਹਾਂ ਜਸਵੀਰ ਬਰਾਜ ਜੀ, ਔਰ ਫਿਰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਲਵਲੀ ਐਂਡ ਰਾਜਨਪ੍ਰੀਤ ਸਿੰਘ ਜੀ, ਗੁਰਪ੍ਰੀਤ ਬਰਾੜ ਜੀ, ਏ ਸਿੰਘ ਜੀ, ਫਿਰ ਇਸੇ ਤਰ੍ਹਾਂ ਜਸਪਾਲ ਸਿੰਘ ਜੀ। ਇਹ ਕਹਿੰਦੇ ਨੇ ਕਿ ਨੈਵਰ ਫੋਰਗਟ 1984 ਖਾਲਸਾ ਰਾਜ ਵੈਰੀ ਨੈਸੈਸਰੀ ਫॉर ਅਸ, ਖਾਲਿਸਤਾਨ ਓਨਲੀ ਖਾਲਿਸਤਾਨ। ਐਂਡ ਸਿਮਰਨਜੀਤ ਸਿੰਘ ਬਲ ਜੀ, ਇਹ ਕਹਿੰਦੇ ਨੇ ਭਾਈ ਅਮਰਤਪਾਲ ਸਿੰਘ ਜ਼ਿੰਦਾਬਾਦ। ਫਿਰ ਜਸਵੀਰ ਬਰਾੜ ਜੀ, ਫਿਰ ਸਿਮਰਨਜੀਤ ਸਿੰਘ ਬਲ ਜੀ ਕਹਿੰਦੇ ਅਸੀਂ ਆਪਣਾ ਘਰ ਚਾਹੁੰਦੇ ਹਾਂ। ਫਿਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ, ਫਿਰ ਬਲਵਿੰਦਰ ਸਿੰਘ ਜੀ, ਹਰਮਨ ਪੰਨੂ ਜੀ, ਐਸ ਸ਼ਾਹ ਜੀ ਕਹਿੰਦੇ ਨੇ ਕਿ ਵੱਲੇ ਨਹੀਂ ਮੈਂ ਨਹੀਂ ਰੀਡ ਕਰ ਸਕਤੀ ਕਹਿਣਾ ਚਾਹੁੰਦੇ ਨੇ। ਫਿਰ ਕਰਮਜੀਤ ਸਿੰਘ ਜੀ ਕਹਿੰਦੇ ਨੇ, ਔਰ ਫਿਰ ਸਿੰਘਰਚਾ ਜੀ, ਮਨਜੋਰ ਕੋਇਨੂਰ ਜੀ, ਫਿਰ ਇਸੇ ਤਰ੍ਹਾਂ ਨਿਰਮਲਜੀਤ ਸਿੰਘ ਜੀ, ਪੀ ਅਟਵਾਲ ਜੀ, ਸੀਤਾ ਲੈ ਕੇ ਫਰਾਰ ਜੀ, ਇਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਏ ਸਿੰਘ ਜੀ, ਇੰਦਰਜੀਤ ਸਿੰਘ ਸੰਧੂ, ਫਿਰ ਇਸੇ ਤਰ੍ਹਾਂ ਜੁਗਰਾਜ ਸਿੰਘ ਸਿੱਧੂ, ਅਮਰਜੀਤ ਸੈਣੀ, ਪਾਲ ਸਿੰਘ ਗਰੇਵਾਲ,
ਹਰਦੀਪ ਸਿੰਘ ਸਭ ਦਾ ਬਹੁਤ ਸ਼ੁਕਰੀਆ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਗੁਰਫਤਿਹ ਵੀ ਬੁਲਾਉਂਦੇ ਨੇ ਜੀ। ਰਾਜ ਫੇਸਬੁੱਕ ਤੇ ਦਵਿੰਦਰ ਸਿੰਘ ਔਰ ਮੁਹੰਮਦ ਅਨਵਰ, ਰਾਜਵਿੰਦਰ ਸਿੰਘ, ਕੁਲਦੀਪ ਕੌਰ, ਜਸਬੀਰ ਸਿੰਘ, ਅਹਿਸਾਨ ਇਲਾਹੀ, ਜਗਦੀਪ ਸਿੰਘ ਸੰਧੂ, ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਸਾਰਿਆਂ ਨੂੰ ਫਤਿਹ ਬੁਲਾਈ ਹੈ। ਰਾਜਵਿੰਦਰ ਸਿੰਘ ਹੋਰਾਂ ਨੇ ਇਹ ਕਿਹਾ ਕਿ ਇਫ ਆਵਰ ਅਡੋਪਟਡ ਕੰਟਰੀ ਮੇਕਸ ਅਸ ਫੀਲ ਸੋ ਸੇਫ, ਇਮੈਜਿਨ ਹਾਊ ਸੇਫ we all will be under our own ਖਾਲਸਾ ਰੂਲ। ਤੁਸੀਂ ਬਿਲਕੁਲ ਠੀਕ ਫਰਮਾਇਆ ਰਾਜਵਿੰਦਰ ਸਿੰਘ ਜੀ। ਔਰ ਦੀਪ ਸਿੰਘ ਕਹਿੰਦੇ ਨੇ ਕੁੱਤੀ ਭਾਰਤ ਸਰਕਾਰ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਤੋਂ ਉਹਨਾਂ ਦੇ ਨਵੇਂ ਜੰਮੇ ਬੱਚੇ ਦੇ ਸਬੂਤ ਮੰਗ ਰਹੀ ਹੈ। ਸਿੱਧੂ ਦੇ ਕਤਲ ਦਾ ਇਨਸਾਫ ਤੇ ਕੀ ਦੇਣਾ ਹੈ, ਹਰਾਮੀ ਲਹੂ ਪੀਣ ਲੱਗੇ ਹੋਏ ਨੇ। ਨਹੀਂ, ਇਸੇ ਕੌਮ ਨੂੰ ਜ਼ਲੀਲ ਕਰ ਰਹੇ ਨੇ, ਇਸ ਕੌਮ ਦੀ ਜ਼ਲਾਲਤ ਹੈ। ਔਰ ਦਵਿੰਦਰ ਸਿੰਘ ਕਹਿੰਦੇ ਨੇ ਭਾਰਤ ਮਾਤਾ ਦਾ ਮਿੱਟੀ ਦਾ ਪੁਤਲਾ ਹੌਲੀ ਹੌਲੀ ਢਹਿਣਾ ਸ਼ੁਰੂ ਹੋ ਗਿਆ ਜੀ। ਖਾਲਿਸਤਾਨ ਜ਼ਿੰਦਾਬਾਦ, ਤੁਸੀਂ ਠੀਕ ਫਰਮਾਇਆ। ਹਰਮਿੰਦਰ ਸਿੰਘ ਹੋਰਾਂ ਨੇ ਵੀ ਸਾਰਿਆਂ ਨੂੰ ਹੀ TV 84 ਚੈਨਲ ਦੇਖ ਰਹੇ ਭੈਣਾਂ ਭਰਾਵਾਂ ਨੂੰ, ਖਾਲਿਸਤਾਨੀ ਭੈਣਾਂ ਭਰਾਵਾਂ ਨੂੰ ਫਤਿਹ ਬੁਲਾਈ ਹੈ। ਕਿਰਪਾਲ ਸਿੰਘ ਚੀਮਾ ਉਹਨਾਂ ਦੇ ਹਮੇਸ਼ਾ ਵਾਂਗ ਨਗੇਟਸ ਆਫ ਵਿਜ਼ਡਮ ਨੇ ਆਜ਼ਾਦੀ ਜਾਂ ਗੁਲਾਮੀ। ਆਪਣੇ ਅਗਿਆਨ ਦਾ ਗਿਆਨ ਹੋ ਜਾਣਾ ਹੀ ਅਸਲ ਵਿੱਚ ਗਿਆਨ ਹੈ ਭਾਈ। ਮਾਇਆ ਦੇ ਗਿਆਨ ਦਾ ਮੁੱਲ ਵੀ ਮਾਇਆ ਹੀ ਹੈ, ਜਿਸ ਨੂੰ ਕਦੇ ਵੀ ਮਾਇਆ ਨਾਲ ਖਰੀਦਿਆ ਜਾ ਸਕਦਾ ਹੈ। ਸੀਸ ਭੇਟ ਕਰਕੇ ਪ੍ਰਾਪਤ ਕੀਤੇ ਅਮੁੱਲੇ ਗਿਆਨ ਨੂੰ ਖਰੀਦਿਆ ਨਹੀਂ ਜਾ ਸਕਦਾ। ਇਸੇ ਕਰਕੇ ਤੁਸੀਂ ਅਮੁੱਲੇ ਹੀਰੇ ਹੋ, ਇੰਨੇ ਅਮੁੱਲੇ ਹੋ ਕਿ ਪੂਰਾ ਪੰਥ ਤੁਹਾਨੂੰ ਅਰਦਾਸ ਵਿੱਚ ਯਾਦ ਕਰਕੇ ਸਿਰ ਨਵਾਉਂਦਾ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਸੀਸ ਦੀ ਮੰਗ ਕਰਕੇ ਤੁਹਾਨੂੰ ਅਮੁੱਲਾ ਬੇਅੰਤ ਬਖਸ਼ ਕੇ ਅਕਾਲੀ ਗਿਆਨ ਰਾਹੀਂ ਆਜ਼ਾਦ ਖਾਲਸੇ ਰਾਜ ਦੇ ਮਾਲਕ ਬਣਾਉਣਾ ਚਾਹੁੰਦੇ ਹਨ। ਪਰ ਬਦਕਿਸਮਤੀ ਨਾਲ ਅਸੀਂ ਮਾਇਆ ਦੇ ਸਿੱਖ ਬਣ ਕੇ ਆਪਣੇ ਗੁਰੂ ਦੇ ਬਖਸ਼ੇ ਖਾਲਸਾ ਰਾਜ ਨੂੰ ਭੁੱਲ ਜਾਂਦੇ ਹਾਂ। ਕਲਗੀਆਂਵਾਲਾ ਰਾਜ ਬਖਸ਼ਣ ਲਈ ਤਿਆਰ ਹੈ, ਪਰ ਸਿੱਖ ਹੀ ਗੁਲਾਮੀ ਛੱਡਣ ਲਈ ਤਿਆਰ ਨਹੀਂ ਹਨ। ਜੋ ਗਿਆਨ ਤੁਹਾਨੂੰ ਸੁੱਖ ਦੀ ਥਾਂ ਦੁੱਖ ਤੇ ਰੋਗ, ਭਲੇ ਦੀ ਥਾਂ ਚੋਰੀ ਤੇ ਬੇਈਮਾਨੀ, ਨਿਰਮਲਤਾ ਦੀ ਥਾਂ ਹਉਮੈ ਤੇ ਵਿਕਾਰ, ਆਜ਼ਾਦੀ ਦੀ ਥਾਂ ਗੁਲਾਮੀ ਦਿੰਦਾ ਹੋਵੇ, ਫਿਰ ਤੁਸੀਂ ਆਪ ਸੋਚ ਲੈਣਾ ਕਿ ਕਿਤੇ ਗਿਆਨ ਦੇ ਰੂਪ ਵਿੱਚ ਅਗਿਆਨ ਦੀ ਪੂਜਾ ਤਾਂ ਨਹੀਂ ਕਰ ਰਹੇ, ਕਿਉਂਕਿ ਫੈਸਲਾ ਤੁਸੀਂ ਕਰਨਾ ਹੈ, ਆਜ਼ਾਦੀ ਜਾਂ ਗੁਲਾਮੀ। ਫਿਰ ਰਾਜਵਿੰਦਰ ਸਿੰਘ ਕਹਿੰਦੇ ਨੇ ਟੈਰਰਿਸਟ ਇੰਡੀਅਨ ਸਟੇਟ ਥਿੰਕਸ ਦੇ ਕੈਨ ਫੂਲ ਦਾ ਵਰਲਡ ਨਾਟ ਐਨੀ ਮੋਰ। ਆਈ ਰਿਮੈਂਬਰ ਏ ਪਾਕਿਸਤਾਨੀ ਨੈਸ਼ਨਲ ਹੂ ਕਿਲਡ people in front of CIA was brought to justice after years of work and paying millions of dollars as a reward. We hope ਕਿ ਬਾਈਡਨ ਐਡਮਿਨਿਸਟ੍ਰੇਸ਼ਨ ਉਸੇ ਸਪਿਰਿਟ ਦੇ ਨਾਲ ਹੀ ਇਹ ਜਿਹੜੇ ਇੰਡੀਅਨ ਆਪਰੇਟਿਵ ਨੇ ਰਾਹ ਦੇ ਔਰ ਉਹਨਾਂ ਦੇ ਪਿੱਛੇ ਜਾਏਗਾ, ਜਿਵੇਂ ਉਹਨਾਂ ਨੇ ਬਾਕੀ ਜਿਸ ਕੇਸ ਦਾ ਜ਼ਿਕਰ ਕੀਤਾ ਉਹਨਾਂ ਨੇ ਉਸ ਵੱਲ ਗਿਆ। ਔਰ ਦਵਿੰਦਰ ਸਿੰਘ ਕਹਿੰਦੇ ਨੇ ਗੁਪਤਾ ਹੁਣ ਇੱਕ ਸਵਾਲ ਦੇ 5-5 ਜਵਾਬ ਦੇ ਰਿਹਾ। ਸਾਡੇ ਕੋਲ ਤਾਂ ਜਾਣਕਾਰੀ ਨਹੀਂ ਹੈ ਉਸ 5-5 ਕੀ ਹੈ, ਉਹ ਤਾਂ ਹੁਣ ਜਦੋਂ ਬੰਦਾ ਕਾਬੂ ਆ ਜਾਂਦਾ ਫਿਰ ਉਹਨਾਂ ਦੇ ਕੋਲ ਹੋਰ ਕੀ ਚੋਇਸ ਹੈ। ਪਰ ਅਜੇ ਅਸੀਂ ਅਮਰੀਕਨ ਐਡਮਿਨਿਸਟ੍ਰੇਸ਼ਨ ਕਿਸ ਹੱਦ ਤੱਕ ਜਾਏਗਾ ਇਹ ਅਸੀਂ ਦੇਖਣਾ ਹੈ। ਔਰ ਅਸੀਂ ਕਨਕਲੂਜਨ ਦੇ ਵਿੱਚ ਰਾਗ ਤੋਂ ਖਾਰੀ 12ਵਾਂ ਇਸ ਦੀ ਵਿਚਾਰ ਚੱਲ ਰਹੀ ਹੈ। ਔਰ ਜਿਹੜਾ ਪਦਾ ਨੈਕਸਟ ਅੱਜ ਅਸੀਂ ਵਿਚਾਰ ਲਈ ਚੁਣਿਆ ਉਹਦੀ ਕੰਟੀਨਿਊਟੀ ਹੈ। ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ, ਮਨ ਤਨ ਰਵਤ ਰਵੰਨੇ ਘੜੀ ਨਾ ਬੀਸਰੈ। ਕਿਉਂ ਘੜੀ ਬਿਸਾਰੀ ਹੋਂ ਬਲਿਹਾਰੀ, ਹੋਂ ਜੀਵਾਂ ਗੁਣ ਗਾਏ। ਨਾ ਕੋਈ ਮੇਰਾ ਹੋਂ ਕਿਸ ਕੇਰਾ, ਹਰ ਬਿਨ ਰਹਿਣ ਨਾ ਜਾਏ। ਓਟ ਗਹੀ ਹਰ ਚਰਨ ਨਿਵਾਸੇ, ਭੈ ਪਵਿੱਤਰ ਸਰੀਰਾ। ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ, ਗੁਰ ਸ਼ਬਦੀ ਮਨ ਧੀਰਾ। ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ, ਕਿ ਹੇ ਮੇਰੇ ਮਨ ਤੂੰ ਦੇਖ ਉਸ ਵਾਹਿਗੁਰੂ ਦੇ ਉਸ ਰਸ ਨੂੰ, ਉਸ ਪਿਆਰ ਨੂੰ, ਆਪਣੇ ਪਿਆਰੇ ਨੂੰ। ਮਨ ਤਨ ਰਵਤ ਰਵੰਨੇ ਘੜੀ ਨਾ ਬੀਸਰੇ, ਕਿ ਉਹ ਵਾਹਿਗੁਰੂ ਤੇਰੇ ਅੰਦਰ ਦਿਨ ਰਾਤ ਵਸਿਆ ਰਹੇ, ਕਦੇ ਵੀ ਇੱਕ ਛਿਨ ਪਲ ਲਈ ਵੀ ਕਦੇ ਉਸ ਵਾਹਿਗੁਰੂ ਤੋਂ ਵਿਛੋੜਾ ਨਾ ਪਏ, ਕਿਉਂਕਿ ਉਹੀ ਰਸ ਦਾ ਦਾਤਾ ਹੈ, ਉਹੀ ਆਨੰਦ ਦੇਣ ਵਾਲਾ ਹੈ। ਕਿਉਂ ਘੜੀ ਬਿਸਾਰੀ ਹੋਂ ਬਲਿਹਾਰੀ, ਹੋਂ ਜੀਵਾਂ ਗੁਣ ਗਾਏ। ਹੇ ਵਾਹਿਗੁਰੂ, ਮੈਂ ਕਿਵੇਂ ਤੈਨੂੰ ਭੁਲਾ ਕੇ ਇੱਕ ਘੜੀ ਲਈ ਵੀ ਜੀ ਸਕਦਾ। ਮੈਂ ਤਾਂ ਬਾਰ-ਬਾਰ ਬਲਿਹਾਰ ਜਾਂਦਾ, ਹਮੇਸ਼ਾ ਮੈਂ ਤੇਰੇ ਗੁਣਾਂ ਦਾ ਗਾਇਨ ਕਰਦਾ ਰਵਾਂ। ਨਾ ਕੋਈ ਮੇਰਾ ਹੋਂ ਕਿਸ ਕੇਰਾ, ਹਰ ਬਿਨ ਰਹਿਣ ਨਾ ਜਾਏ। ਹੇ ਵਾਹਿਗੁਰੂ,
ਤੇਰੇ ਬਿਨਾ ਮੇਰਾ ਹੋਰ ਕੌਣ ਹੈ। ਜੇ ਮੈਂ ਤੇਰੇ ਗੁਣ ਨਾ ਗਾਵਾਂਗਾ ਤਾਂ ਕਿਹਦੇ ਗਾਵਾਂਗਾ, ਕਿਉਂਕਿ ਸਿਰਫ ਤੇ ਸਿਰਫ ਜੇ ਕੋਈ ਮੇਰੀ ਓਟ, ਮੇਰਾ ਆਸਰਾ, ਮੇਰਾ ਸਹਾਰਾ ਹੈ ਤੇ ਹੇ ਵਾਹਿਗੁਰੂ ਤੂੰ ਹੀ ਹੈ। ਓਟ ਗਈ ਹਰ ਚਰਨ ਨਿਵਾਸੇ ਭੈ ਪਵਿੱਤਰ ਸਰੀਰ ਹੈ, ਕਿ ਹੇ ਵਾਹਿਗੁਰੂ ਜਦੋਂ ਦੀ ਮੈਂ ਤੇਰੀ ਓਟ ਤੱਕੀ ਹੈ, ਤੇਰੇ ਚਰਨਾਂ ਦੇ ਵਿੱਚ ਹੀ ਮੇਰਾ ਨਿਵਾਸ ਹੈ ਔਰ ਮੇਰਾ ਸਾਰਾ ਵਜੂਦ, ਮੇਰਾ ਸਾਰਾ ਸਰੀਰ ਪਵਿੱਤਰ ਹੋ ਗਿਆ ਹੈ। ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ, ਗੁਰ ਸ਼ਬਦੀ ਮਨ ਧੀਰਾ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਮੈਂ ਹੁਣ ਮੇਰੇ ਅੰਦਰ ਉਹ ਆਨੰਦ ਹੈ, ਮੇਰੇ ਅੰਦਰ ਅਮਨ ਹੈ, ਮੇਰੇ ਅੰਦਰ ਟਿਕਾ ਹੈ। ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ, ਗੁਰ ਸ਼ਬਦੀ ਮਨ ਧੀਰਾ। ਗੁਰੂ ਦੇ ਸ਼ਬਦ ਨੇ ਮੇਰੇ ਮਨ ਨੂੰ ਸਹਿਜ ਵਿੱਚ ਲੈ ਆਂਦਾ ਹੈ, ਟਿਕਾ ਵਿੱਚ ਲੈ ਆਂਦਾ ਹੈ ਔਰ ਮੇਰੇ ਅੰਦਰ ਆਨੰਦ ਹੀ ਆਨੰਦ ਹੈ। ਇਹ ਵਾਹਿਗੁਰੂ ਤੇਰੀ ਰਹਿਮਤ ਦੇ ਨਾਲ ਹੀ ਇਹ ਸੰਭਵ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਵਾਸਤੇ ਆਪਣੇ ਵੀਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤਾਂ ਬਰਾਸ ਰਾਉਂਗੇ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।